Hello students. So we are going to discuss about the chapter 1 of the CBT fifth semester suspension system, and this is the second lecture. In previous lecture we discussed about the functions of suspension system, sprung weight and unsprung weight. After this we discuss about brake dip and wind up, what is suspension spring and spring rate. After this we discuss about the types of suspension springs. Today we are going to discuss about the types of different types of suspension springs. There are four types of suspension springs: leaf spring, coil spring, torsion bar and air spring. ਚਾਰ ਤਰ੍ਹਾਂ ਦੇ ਸਸਪੈਂਸ਼ਨ ਸਪ੍ਰਿੰਗਸ ਬਾਰੇ ਆਪਾਂ ਪੜਿਆ ਸੀਗਾ। ਉਹ ਲੀਫ ਸਪ੍ਰਿੰਗ ਨੇ, ਕੋਇਲ ਸਪ੍ਰਿੰਗ ਨੇ, ਟੋਰਸ਼ਨ ਬਾਰ ਹੈ ਤੇ 에ਅਰ ਸਪ੍ਰਿੰਗ ਹੈ। ਚਾਰੋਂ ਜਿਹੜੇ ਸਪ੍ਰਿੰਗ ਨੇ ਚਾਰਾਂ ਦਾ ਆਪਣਾ ਅਲੱਗ-ਅਲੱਗ ਫੰਕਸ਼ਨ ਹੈ, ਅਲੱਗ-ਅਲੱਗ ਕੰਮ ਹੈ। ਅਸੀਂ ਚਾਰਾਂ ਬਾਰੇ ਸਟੈਪ ਬਾय ਸਟੈਪ ਸਟੱਡੀ ਕਰਾਂਗੇ। ਅੱਜ ਅਸੀਂ ਹੁਣ ਇਸ ਲੈਕਚਰ ਦੇ ਵਿੱਚ ਜਿਸ ਟੌਪਿਕ ਬਾਰੇ ਸਟੱਡੀ ਕਰਾਂਗੇ ਉਹ ਟੌਪਿਕ ਹੈ ਲੀਫ ਸਪ੍ਰਿੰਗ। ਲੀਫ ਸਪ੍ਰਿੰਗ ਬਾਰੇ ਅਸੀਂ ਪੂਰੀ ਡਿਟੇਲ ਦੇ ਵਿੱਚ ਸਟੱਡੀ ਕਰਾਂਗੇ। ਮੋਸਟਲੀ ਤੁਸੀਂ ਸਭ ਨੇ ਲੀਫ ਸਪ੍ਰਿੰਗ ਦੇਖਿਆ ਹੋਏਗਾ। ਅਸੀਂ ਲੀਫ ਸਪ੍ਰਿੰਗ ਹੈਵੀ ਵਹੀਕਲਸ ਦੇ ਵਿੱਚ ਯੂਜ਼ ਕਰਦੇ ਹਾਂ। ਹੈਵੀ ਵਹੀਕਲਸ ਲਾਈਕ ਜਿੱਦਾਂ ਕਿ ਬੱਸ ਹੋ ਗਈ, ਟਰੱਕ ਜਾਂ ਹੋਰ ਹੈਵੀ ਵਹੀਕਲਸ ਆਪਣੇ 407 ਆ ਗਿਆ, 207 ਆ ਗਿਆ, ਛੋਟਾ ਹਾਥੀ ਆ ਗਿਆ, ਉਹਨਾਂ ਹਰ ਗੱਡੀ ਦੇ ਵਿੱਚ ਅਸੀਂ ਲੀਫ ਸਪ੍ਰਿੰਗ ਯੂਜ਼ ਕਰਦੇ ਹਾਂ। ਲੀਫ ਸਪ੍ਰਿੰਗ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ, ਇਹ ਜਿਹੜਾ ਡਾਇਗਰਾਮ ਹੈ, ਇਹ ਜਿਹੜੀ ਇਮੇਜ ਹੈ, ਇਹ ਲੀਫ ਸਪ੍ਰਿੰਗ ਦੀ ਅਲੱਗ-ਅਲੱਗ ਲੀਫਸ ਨੇ, ਇੱਕ ਦੂਜੇ ਦੇ ਉੱਪਰ ਲੀਫਸ ਨੇ, ਉਹਨਾਂ ਲੀਫਸ ਨੂੰ ਆਪਸ ਚ ਕਲੈਂਪਸ ਦੇ ਨਾਲ ਜੋੜਿਆ ਗਿਆ ਹੈ ਤੇ ਸੈਂਟਰ ਚ ਇੱਕ ਸੈਂਟਰ ਬੋਲਟ ਪਾਇਆ ਗਿਆ ਹੈ। ਇਸ ਚੀਜ਼ ਨੂੰ ਅਸੀਂ ਲੀਫ ਸਪ੍ਰਿੰਗ ਕਹਿੰਦੇ ਹਾਂ। ਹੁਣ ਅਸੀਂ ਅੱਗੇ ਇਹਦੇ ਬਾਰੇ ਡਿਟੇਲ ਚ ਸਟੱਡੀ ਕਰਦੇ ਹਾਂ ਵੀ ਲੀਫ ਸਪ੍ਰਿੰਗ ਹੈ ਕੀ, ਬੰਦਾ ਕਿੱਦਾਂ ਹੈ, ਕੰਮ ਕਿੱਦਾਂ ਆਉਂਦਾ ਹੈ, ਕਿੱਥੇ ਕਿੱਥੇ ਅਸੀਂ ਇਹਨੂੰ ਯੂਜ਼ ਕਰਦੇ ਹਾਂ, ਉਹਦੇ ਬਾਰੇ ਅਸੀਂ ਹੁਣ ਸਟੱਡੀ ਕਰਦੇ ਹਾਂ। ਸਭ ਤੋਂ ਪਹਿਲੇ ਉਹ ਕੀ ਕਹਿੰਦੇ ਨੇ ਲੀਫ ਸਪ੍ਰਿੰਗ ਬਾਰੇ? ਲੀਫ ਸਪ੍ਰਿੰਗ ਬਾਰੇ ਉਹਨਾਂ ਨੇ ਕਿਹਾ ਜੀ, ਲੀਫ ਸਪ੍ਰਿੰਗ ਕੰਸਿਸਟ ਆਫ long and flexible plates made of spring steel। ਵੇ ਜਿਹੜੇ ਲੀਫ ਸਪ੍ਰਿੰਗ ਨੇ ਉਹ ਕਿਸ ਮਟੀਰੀਅਲ ਤੋਂ ਬਣੇ ਨੇ? ਉਹ ਬਣੇ ਜੀ ਸਪ੍ਰਿੰਗ ਸਟੀਲ ਤੋਂ। ਸਪ੍ਰਿੰਗ ਸਟੀਲ ਦੀਆਂ ਲੰਬੀਆਂ ਤੇ ਫਲੈਕਸੀਬਲ ਪਲੇਟਾਂ ਨੇ, ਉਹਨਾਂ ਤੋਂ ਲੀਫ ਸਪ੍ਰਿੰਗ ਬਣਦੇ ਨੇ। ਲੀਫ ਸਪ੍ਰਿੰਗ ਕੰਸਿਸਟ ਆਫ ਲੌਂਗ ਐਂਡ ਫਲੈਕਸੀਬਲ ਪਲੇਟਸ। ਵੇ ਲੀਫ ਸਪ੍ਰਿੰਗ ਦੇ ਵਿੱਚ ਕੀ ਹੈ? ਲੰਬੀਆਂ ਤੇ ਫਲੈਕਸੀਬਲ ਪਲੇਟਸ ਨੇ ਮੇਡ ਆਫ ਸਪ੍ਰਿੰਗ ਸਟੀਲ, ਜਿਹੜੀਆਂ ਕਿ ਸਪ੍ਰਿੰਗ ਸਟੀਲ ਤੋਂ ਬਣੀਆਂ। ਸਪ੍ਰਿੰਗ ਸਟੀਲ ਇੱਕ ਮਟੀਰੀਅਲ ਹੈ ਜਿਹਦੇ ਤੋਂ ਆਪਾਂ ਸਪ੍ਰਿੰਗ ਬਣਾਉਂਦੇ ਆ। ਉਸ ਮਟੀਰੀਅਲ ਦੀਆਂ ਆਪਾਂ ਲੰਬੀਆਂ ਫਲੈਕਸੀਬਲ ਪਲੇਟਸ ਬਣਾਈਆਂ ਨੇ ਤੇ ਉਹਨਾਂ ਨੂੰ ਅਸੀਂ ਕਹਿਤਾ ਲੀਫ ਸਪ੍ਰਿੰਗ। ਈਚ ਪਲੇਟ ਇਜ਼ ਕਾਲਡ ਲੀਫ। ਹਰ ਪਲੇਟ ਨੂੰ ਅਸੀਂ ਇੱਕ ਲੀਫ ਕਹਿੰਦੇ ਆ। ਜਿੱਦਾਂ ਕਿ ਅਸੀਂ ਜੇ ਲਾਸਟ ਡਾਇਗਰਾਮ ਦੀ ਗੱਲ ਕਰਦੇ ਆ, ਇਹਦੇ ਵਿੱਚ 1 2 3 4 5 6 7 8 9 10 11 ਲੀਫ ਨੇ, ਅਲੱਗ-ਅਲੱਗ 11 ਲੀਫ ਨੇ ਤੇ ਹਰ ਇੱਕ ਪਲੇਟ ਨੂੰ ਅਸੀਂ ਲੀਫ ਕਵਾਂਗੇ। ਲਾਈਕ ਇੱਕ ਉੱਪਰ ਲੀਫ ਆ ਗਿਆ, ਉਹਦੇ ਨੀਚੇ ਇੱਕ ਲੀਫ ਹੋਰ ਆ ਗਿਆ, ਫਿਰ ਇੱਕ ਲੀਫ ਆ ਗਿਆ, ਐਦਾਂ ਇੱਕ ਦੂਜੇ ਦੇ ਉੱਪਰ ਅਲੱਗ-ਅਲੱਗ ਲੀਫ ਜਿਹੜੇ ਨੇ ਉਹ ਅਸੀਂ ਅਟੈਚ ਕੀਤੇ ਨੇ। ਹਰ ਪਲੇਟ ਨੂੰ ਅਸੀਂ ਲੀਫ ਕਵਾਂਗੇ। ਅਸੀਂ ਉੱਤੇ ਪਲੇਟ ਨਹੀਂ ਕਹਿਣਾ, ਇਹਨੂੰ ਅਸੀਂ ਲੀਫ ਕਵਾਂਗੇ। ਦੀ ਲੀਫ ਸਪ੍ਰਿੰਗ ਮੇ ਬੀ ਆਫ ਸਿੰਗਲ ਲੀਫ ਟਾਈਪ ਔਰ ਮਲਟੀ ਲੀਫ ਟਾਈਪ। ਜਿਹੜਾ ਲੀਫ ਸਪ੍ਰਿੰਗ ਹੈ ਉਹ ਸਿੰਗਲ ਲੀਫ ਵੀ ਹੋ ਸਕਦਾ ਹੈ ਤੇ ਮਲਟੀ ਲੀਫ ਵੀ ਹੋ ਸਕਦਾ ਹੈ। ਇਹ ਜਿਹੜਾ ਲੀਫ ਸਪ੍ਰਿੰਗ ਹੈ ਇਹ ਮਲਟੀ ਲੀਫ ਸਪ੍ਰਿੰਗ ਹੈ। ਜੇ ਆਪਾਂ ਸਿੰਗਲ ਲੀਫ ਸਪ੍ਰਿੰਗ ਦੀ ਗੱਲ ਕਰਦੇ ਹਾਂ, ਇਹ ਸਿੰਗਲ ਲੀਫ ਸਪ੍ਰਿੰਗ ਹੈ, ਮਤਲਬ ਇੱਕੋ ਲੀਫ ਹੈ, ਉਹੀ ਇੱਕ ਤਰ੍ਹਾਂ ਸਪ੍ਰਿੰਗ ਦਾ ਕੰਮ ਕਰਦਾ ਪਿਆ ਪੂਰੇ ਦਾ ਪੂਰਾ। ਤੇ ਇਹਦੇ ਚ ਕੀ ਹੈ, ਅਲੱਗ-ਅਲੱਗ ਆਪਾਂ ਇੱਕ ਲੀਫ ਵੱਡਾ ਲਿਆ, ਦੂਜਾ ਉਸ ਤੋਂ ਛੋਟਾ ਲਿਆ, ਫਿਰ ਉਸ ਤੋਂ ਛੋਟਾ ਲਿਆ, ਉਹਨਾਂ ਨੂੰ ਜੁਆਇਨ ਕਰਤਾ ਤੇ ਉਹਨਾਂ ਨੂੰ ਐਜ਼ ਇੱਕ ਕੰਬੀਨੇਸ਼ਨ ਉਹਨਾਂ ਦਾ ਬਣਾਤਾ, ਉਹਨੂੰ ਅਸੀਂ ਕਹਿ ਦਿੱਤਾ ਮਲਟੀ ਲੀਫ ਟਾਈਪ। ਸੋ ਜਿਹੜੇ ਲੀਫ ਸਪ੍ਰਿੰਗ ਹੋਣਗੇ ਉਹ ਸਿੰਗਲ ਲੀਫ ਵੀ ਹੋ ਸਕਦੇ ਨੇ ਤੇ ਮਲਟੀ ਲੀਫ ਵੀ ਹੋ ਸਕਦੇ ਨੇ। ਇਨ ਦੀ ਮਲਟੀ ਲੀਫ ਸਪ੍ਰਿੰਗ several leaves are placed on one another and held together by clamps and center bolt। ਮਲਟੀ ਲੀਫ ਸਪ੍ਰਿੰਗ ਦੇ ਵਿੱਚ ਕੀ ਹੋਏਗਾ, ਕਾਫੀ ਜ਼ਿਆਦਾ ਜਿਹੜੇ ਲੀਵਸ ਹੋਣਗੇ, ਸੈਵਰਲ ਲੀਵਸ ਜਿਹੜੇ ਹੋਣਗੇ ਉਹਨਾਂ ਨੂੰ ਇੱਕ ਦੂਜੇ ਉੱਪਰ ਰੱਖਿਆ ਜਾਏਗਾ ਤੇ ਇੱਕ ਦੂਜੇ ਉੱਪਰ ਪਲੇਸ ਕਰਕੇ ਉਹਨਾਂ ਨੂੰ ਕਲੈਂਪ ਦੇ ਨਾਲ ਜਾਂ ਕਿਸੇ ਸੈਂਟਰ ਬੋਲਟ ਦੇ ਨਾਲ, ਜਿੱਦਾਂ ਕਿ ਇਸ ਲੀਫ ਸਪ੍ਰਿੰਗ ਦੀ ਆਪਾਂ ਗੱਲ ਕਰਦੇ ਹਾਂ, ਇੱਥੇ ਲੱਗੇ ਨੇ ਕਲੈਂਪਸ, ਇੱਥੇ ਵੀ ਕਲੈਂਪ ਹੈ, ਇੱਥੇ ਵੀ ਕਲੈਂਪ ਹੈ, 4 ਕਲੈਂਪ ਲੱਗੇ ਨੇ, ਇੱਕ ਸੈਂਟਰ ਬੋਲਟ ਲੱਗਾ ਹੈ। ਮਤਲਬ ਹਰ ਲੀਫ ਸਪ੍ਰਿੰਗ ਦੇ ਸੈਂਟਰ ਦੇ ਵਿਚਕਾਰ ਇੱਕ ਹੋਲ ਕੀਤਾ ਹੋਏਗਾ, ਉਸ ਹੋਲ ਦੇ ਵਿੱਚੋਂ ਅਸੀਂ ਇੱਕ ਬੋਲਟ ਪਾਸ ਕਰਾਂਗੇ ਜਿਹਨੂੰ ਅਸੀਂ ਕਵਾਂਗੇ ਸੈਂਟਰ ਬੋਲਟ। ਤੇ ਸਾਈਡ ਤੇ ਜਿਹੜੇ ਯੂ ਸ਼ੇਪ ਕਲੈਂਪ ਲੱਗੇ ਨੇ
ਇਹਨਾਂ ਨੂੰ ਅਸੀਂ ਕਲੈਂਪਸ ਕਹਿੰਦੇ ਆ। ਕਲੈਂਪਸ ਕੀ ਕਰਦੇ ਨੇ ਜਾਂ ਸੈਂਟਰ ਬੋਲਟ ਕੀ ਕਰਦਾ ਹੈ, ਜਿੰਨੇ ਵੀ ਲੀਵਸ ਨੇ ਇਹਨਾਂ ਨੂੰ ਆਪਸ 'ਚ ਫੜ ਕੇ ਰੱਖਦੇ ਨੇ, ਇਕੱਠਾ ਕਰਕੇ ਰੱਖਦੇ ਨੇ। ਇਹ ਸਿੰਗਲ ਲੀਫ टाइप है, यह मल्टी लीफ टाइप है। तो एक गल तुहानू क्लीयर होगी भी लीफ स्प्रिंग दो तरह के होंगे, एक सिंगल लीफ टाइप, एक मल्टी लीफ टाइप। अगों की कहते हो दी लीफ स्प्रिंग्स यूज्ड फॉर सस्पेंशन सिस्टम हैव एलिप्टिकल शेप। ਜਿਹੜੇ ਵੀ ਆਪਾਂ ਲੀਫ ਸਪਰਿੰਗ ਯੂਜ਼ ਕਰਾਂਗੇ ਸਸਪੈਂਸ਼ਨ ਸਿਸਟਮ ਦੇ ਲਈ, ਉਹ ਐਲਿਪਟੀਕਲ ਸ਼ੇਪ ਦੇ ਹੋਣਗੇ। ਐਲਿਪਟੀਕਲ ਸ਼ੇਪ ਮਤਲਬ ਜਿੱਦਾਂ ਇਕਲਿਪਸ ਹੁੰਦਾ ਹੈ, ਸੈਮੀ ਸਰਕਲ ਜਿਹਾ ਹੁੰਦਾ ਹੈ, ਉਦਾਂ ਦੀ ਸ਼ੇਪ ਦੇ ਹੋਣਗੇ, ਇਹ ਫਲੈਟ ਨਹੀਂ ਹੋਣਗੇ। ਇਸ ਗੱਲ ਨੂੰ ਮਾਈਂਡ 'ਚ ਰੱਖਣਾ ਹੈ ਵੀ ਲੀਫ ਸਪਰਿੰਗ ਜਿਹੜੇ ਨੇ ਉਹ ਫਲੈਟ ਨਹੀਂ ਹੋਣਗੇ, ਉਹ ਐਲਿਪਟੀਕਲ ਸ਼ੇਪ 'ਚ ਹੋਣਗੇ। देयर आर फॉलोइंग टाइप्स ऑफ लीफ स्प्रिंग। लीफ स्प्रिंग ਦੀਆਂ ਫਰਦਰ 4 ਟਾਈਪਸ ਨੇ ਜਿਨ੍ਹਾਂ ਬਾਰੇ ਅਸੀਂ ਹੁਣ ਲੈਕਚਰ 'ਚ ਅੱਗੇ ਸਟੱਡੀ ਕਰਨਾ ਹੈ। ਨੰਬਰ 1 ਸੈਮੀ ਐਲਿਪਟੀਕਲ ਲੀਫ ਸਪਰਿੰਗ। ਜਿਹੜਾ ਸਭ ਤੋਂ ਪਹਿਲੇ ਨੰਬਰ ਤੇ ਆਂਦਾ ਹੈ ਉਹ ਹੈ ਜੀ ਸੈਮੀ ਐਲਿਪਟੀਕਲ ਲੀਫ ਸਪਰਿੰਗ। ਦੂਜੇ ਨੰਬਰ ਤੇ ਆਂਦਾ ਜੀ ਫੁੱਲ ਐਲਿਪਟੀਕਲ ਲੀਫ ਸਪਰਿੰਗ, ਜਿਹੜਾ ਪੂਰਾ ਐਲਿਪਟੀਕਲ ਹੋਏਗਾ। ਜਿਹੜਾ ਆਪਾਂ ਪਹਿਲੇ ਗੱਲ ਕੀਤੀ ਸੀਗੀ, ਜਿਹੜੀ ਅਸੀਂ ਇਹ ਡਾਇਗਰਾਮ ਦੇਖੀ ਪਹਿਲੇ ਵਾਲੀ, ਇਹ ਸੈਮੀ ਐਲਿਪਟੀਕਲ ਲੀਫ ਸਪਰਿੰਗ। दूसरा ਜਿਹੜਾ ਉਹਨਾਂ ਨੇ ਕਿਹਾ ਹੈ ਉਹ ਹੈ ਫੁੱਲ ਐਲਿਪਟੀਕਲ ਲੀਫ ਸਪਰਿੰਗ। तीसरा है जी क्वार्टर एलिप्टिकल लीफ स्प्रिंग ਤੇ ਚੌਥਾ ਹੈ ਜੀ ट्रांसवर्स लीफ स्प्रिंग्स। ਇਹਨਾਂ ਚਾਰਾਂ ਬਾਰੇ ਆਪਾਂ ਸਟੱਡੀ ਕਰਦੇ ਹਾਂ। ਚਾਰ ਅਲੱਗ-ਅਲੱਗ ਟਾਈਪ ਦੇ ਲੀਫ ਸਪਰਿੰਗ ਨੇ, ਸੈਮੀ ਐਲਿਪਟੀਕਲ ਲੀਫ ਸਪਰਿੰਗ, ਫੁੱਲ ਐਲਿਪਟੀਕਲ ਲੀਫ ਸਪਰਿੰਗਸ, क्वार्टर एलिप्टिकल लीफ स्प्रिंग्स ਤੇ ट्रांसवर्स लीफ स्प्रिंग्स। Among these semi elliptic leaf springs are used in most of the automobiles। ਇਹ ਜਿਹੜੇ ਚਾਰ ਟਾਈਪਸ ਆਪਾਂ ਉੱਪਰ ਪੜੀਆਂ, ਇਹਨਾਂ ਚਾਰ ਟਾਈਪਸ ਦੇ ਵਿੱਚੋਂ ਜਿਹੜੀ ਟਾਈਪ ਅਸੀਂ ਮੋਸਟ ਕਾਮਨਲੀ ਯੂਜ਼ ਕਰਦੇ ਹਾਂ ਉਹ ਹੈ ਸੈਮੀ ਐਲਿਪਟਿਕ ਲੀਫ ਸਪਰਿੰਗ। ਤੋਂ ਪਹਿਲੇ ਅਸੀਂ ਸੈਮੀ ਐਲਿਪਟਿਕ ਲੀਫ ਸਪਰਿੰਗ ਬਾਰੇ ਪੜ੍ਹਦੇ ਹਾਂ ਵੀ ਇਹ ਕੀ ਚੀਜ਼ ਹੈ, ਇਹਦੇ 'ਚ ਕੀ ਹੈ ਕੀ ਨਹੀਂ ਹੈ। ਤੋਂ ਪਹਿਲੇ ਆਪਾਂ ਸੈਮੀ ਐਲਿਪਟਿਕਲ ਦੀ ਗੱਲ ਕਰਾਂਗੇ, ਫਿਰ ਫੁੱਲ ਐਲਿਪਟਿਕਲ ਦੀ ਗੱਲ ਕਰਾਂਗੇ, ਫਿਰ ਕੁਆਰਟਰ ਦੀ ਗੱਲ ਕਰਦੇ ਹਾਂ, ਫਿਰ ਟ੍ਰਾਂਸਵਰਸ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲੇ ਅਸੀਂ ਜੇ ਗੱਲ ਕਰਦੇ ਹਾਂ ਸੈਮੀ ਐਲਿਪਟਿਕ ਲੀਫ ਸਪਰਿੰਗ ਦੀ, ਤੇ ਉਹਦੇ 'ਚ ਕੀ ਕਹਿੰਦੇ ਨੇ, ਇਟ ਕੰਸਿਸਟ ਆਫ ਅ ਮੇਨ ਲੀਫ which has eyes on each end। ਉਹਨਾਂ ਨੇ ਕਿਹਾ ਵੀ ਜਿਹੜਾ ਸੈਮੀ ਐਲਿਪਟੀਕਲ ਲੀਫ ਸਪਰਿੰਗ ਹੈ ਉਹਦੇ ਵਿੱਚ ਜਿਹੜਾ ਇੱਕ ਮੇਨ ਲੀਫ ਹੋਏਗਾ ਜਿਹਦੇ ਦੋਨੋਂ ਐਂਡਸ ਤੇ ਕੀ ਹੋਣਗੀਆਂ, ਆਈਜ਼ ਹੋਣਗੀਆਂ। ਠੀਕ ਹੈ, ਆਪਾਂ ਡਾਇਗਰਾਮ ਦੇਖਦੇ ਹਾਂ। ਸੈਮੀ ਐਲਿਪਟੀਕਲ ਲੀਫ ਸਪਰਿੰਗ ਦੇ ਵਿੱਚ ਇੱਕ ਲੀਫ ਹੋਏਗਾ ਮੇਨ ਲੀਫ, ਸਭ ਤੋਂ ਉੱਪਰ ਵਾਲਾ ਜਿਹੜਾ ਲੀਫ ਹੈ ਉਹਨੂੰ ਅਸੀਂ ਕਹਿੰਦੇ ਹਾਂ ਮੇਨ ਲੀਫ। ਇਹ ਸਭ ਤੋਂ ਉੱਪਰ ਵਾਲੇ ਲੀਫ ਨੂੰ ਅਸੀਂ ਮੇਨ ਲੀਫ ਕਿਹਾ। ਉਹਨਾਂ ਨੇ ਕੀ ਕਿਹਾ, ਮੇਨ ਲੀਫ ਦੇ ਦੋਨੋਂ ਸਾਈਡ ਤੇ ਆਈਜ਼ ਹੋਣਗੀਆਂ। ਇੱਕ ਆਈ ਇੱਧਰ ਹੈ ਜੀ, ਦੂਸਰੀ ਆਈ ਇੱਧਰ ਹੈ। ਆਈ ਮਤਲਬ ਕੀ ਹੈ ਵੀ ਲੀਫ ਸਪਰਿੰਗ ਨੂੰ ਮੋੜਿਆ ਗਿਆ, ਬਸ ਲੀਫ ਸਪਰਿੰਗ ਨੂੰ ਮੋੜ ਦਿੱਤਾ ਗਿਆ ਤਾਂ ਜੋ ਅਸੀਂ ਇਹਨੂੰ ਬੋਡੀ ਦੇ ਨਾਲ, ਫਰੇਮ ਦੇ ਨਾਲ ਅਟੈਚ ਕਰ ਸਕੀਏ। ਹੋਰ ਕੁਝ ਨਹੀਂ ਹੈ। ਆਈ ਸਿਰਫ ਤੇ ਸਿਰਫ ਇੱਕ ਕਰਵ ਹੈ, ਇੱਕ ਬੈਂਡ ਹੈ, ਇੱਕ ਤਰ੍ਹਾਂ ਮੇਨ ਲੀਫ ਨੂੰ ਇੱਕ ਜਗ੍ਹਾ ਤੋਂ ਬੈਂਡ ਕੀਤਾ ਗਿਆ ਤਾਂ ਜੋ ਅਸੀਂ ਅੱਗੇ ਉਹਨੂੰ ਜੋੜ ਸਕੀਏ ਫਰੇਮ ਦੇ ਨਾਲ। ਇਟ ਕੰਸਿਸਟ ਆਫ ਅ ਮੇਨ ਲੀਫ ਵਿਚ ਹੈਜ਼ ਆਈ ਔਨ ਈਚ ਐਂਡ। ਇੱਕ ਮੇਨ ਲੀਫ ਹੋਏਗਾ ਜਿਹਦੇ ਵਿੱਚ ਦੋਨੋਂ ਐਂਡ ਤੇ ਇੱਕ ਇੱਕ ਆਈ ਹੋਏਗੀ। ਉਹ ਆਈ ਦਾ ਕੰਮ ਕੀ ਹੋਏਗਾ, ਸਿਰਫ ਤੇ ਸਿਰਫ ਫਰੇਮ ਦੇ ਨਾਲ ਲੀਫ ਸਪਰਿੰਗ ਨੂੰ ਅਟੈਚ ਕਰਨਾ। A number of smaller leaves are clamped together with the main leaf। ਜਿਹੜਾ ਮੇਨ ਲੀਫ ਹੋਏਗਾ ਉਹਦੇ ਨਾਲ ਹੋਰ ਵੀ ਛੋਟੇ ਛੋਟੇ ਲੀਫ ਜਿਹੜੇ ਨੇ ਉਹ ਅਟੈਚ ਕੀਤੇ ਜਾਣਗੇ ਮੇਨ ਲੀਫ ਦੇ ਨਾਲ। ਇਹ ਦੇਖੋ, ਇਹ ਉੱਪਰ ਵਾਲਾ ਮੇਨ ਲੀਫ ਸੀਗਾ, ਉਹਦੇ ਨਾਲ ਜਿਹੜੇ ਲੀਫ ਅਟੈਚ ਕੀਤੇ ਨੇ ਉਹ ਅਸੀਂ ਮੇਨ ਲੀਫ ਦੇ ਨਾਲ ਅਟੈਚ ਕੀਤੇ ਨੇ। ਤੇ ਇਹਨਾਂ ਨੂੰ ਅਟੈਚ ਕਰਨ ਦੇ ਲਈ ਆਪਾਂ ਜਿਹੜੀ ਚੀਜ਼ ਯੂਜ਼ ਕੀਤੀ ਹੈ ਉਹ ਹੈ ਯੂ ਬੋਲਟ, ਜਾਂ ਫਿਰ ਆਪਾਂ ਯੂ ਬੋਲਟ ਵੀ ਯੂਜ਼ ਕਰ ਸਕਦੇ ਹਾਂ, ਕਲੈਂਪ ਵੀ ਯੂਜ਼ ਕਰ ਸਕਦੇ ਹਾਂ, ਜਿਹੜਾ ਸੈਂਟਰ ਬੋਲਟ ਹੈ ਉਹਨੂੰ ਵੀ ਯੂਜ਼ ਕਰ ਸਕਦੇ ਹਾਂ। ਅੱਗੋਂ ਕੀ ਕਹਿੰਦੇ ਜੀ ਹੈ, there is an U bolt which fits the spring on the axle। ਸਪਰਿੰਗ ਨੂੰ, ਲੀਫ ਸਪਰਿੰਗ ਨੂੰ ਐਕਸਲ ਤੇ ਫਿੱਟ ਕਰਨ ਦੇ ਲਈ ਇੱਕ ਯੂ ਬੋਲਟ ਯੂਜ਼ ਕੀਤਾ ਜਾਂਦਾ ਹੈ। ਉਸ ਯੂ ਬੋਲਟ ਦੀ ਹੈਲਪ ਦੇ ਨਾਲ ਅਸੀਂ ਸਪਰਿੰਗ ਨੂੰ ਐਕਸਲ ਤੇ ਫਿੱਟ ਕਰਦੇ ਹਾਂ। The front end of the spring is mounted on a rigid support with the help of the pins। ਜਿਹੜਾ ਫਰੰਟ ਐਂਡ ਹੋਏਗਾ ਸਪਰਿੰਗ ਦਾ, ਉਹਨੂੰ ਕਿਸੇ ਰਿਜਿਡ ਸਪੋਰਟ ਦੇ ਨਾਲ, ਪਿੰਸ ਦੇ ਨਾਲ ਅਟੈਚ ਕੀਤਾ ਜਾਏਗਾ। ਮਤਲਬ ਜਿਹੜਾ ਲੀਫ ਸਪਰਿੰਗ ਹੈ ਇਹਦੇ ਦੋ ਐਂਡਸ ਨੇ, ਇੱਕ ਐਂਡ ਰਾਈਟ, ਇੱਕ ਐਂਡ ਲੈਫਟ। ਠੀਕ ਹੈ, ਉਹ ਕੀ ਕਹਿੰਦੇ ਨੇ, ਇਹਦੇ ਵਿੱਚੋਂ ਇੱਕ ਐਂਡ ਜਿਹੜਾ ਹੈ
ਉਹਨੂੰ ਅਸੀਂ ਫਿਕਸ ਕਰਤਾ ਇੱਕ ਜਗ੍ਹਾ ਤੇ। ਇਸ ਗੱਲ ਨੂੰ ਮਾਈਂਡ 'ਚ ਰੱਖਿਓ ਵੀ ਜਿਹੜਾ ਲੀਫ ਸਪਰਿੰਗ ਹੈ ਇਹਦੇ ਦੋਨੋਂ ਐਂਡ ਫਿਕਸ ਨਹੀਂ ਹੁੰਦੇ, ਸਿਰਫ ਇੱਕ ਐਂਡ ਨੂੰ ਫਿਕਸ ਕੀਤਾ ਜਾਂਦਾ ਹੈ ਵਿਦ ਦੀ ਹੈਲਪ ਆਫ ਪਿੰਸ ਓਨਲੀ। ਇਹ ਜਿਹੜਾ ਲੀਫ ਸਪਰਿੰਗ ਹੈ ਇਹਦੀ ਜਿਹੜੀ ਆਈ ਹੈ, ਆਈ ਦੇ ਵਿੱਚ ਅਸੀਂ ਪਿੰਨ ਪਾ ਕੇ ਇਹਨੂੰ ਫਰੇਮ ਦੇ ਨਾਲ, ਬੋਡੀ ਦੇ ਆਪਣੇ ਚੈਸੀ ਦੇ ਫਰੇਮ ਦੇ ਨਾਲ ਅਸੀਂ ਅਟੈਚ ਕਰਕੇ ਫਿਕਸ ਕਰ ਦੇਵਾਂਗੇ। The front end of the spring is mounted on a rigid support with the help of pins. Pins ਦੀ ਮਦਦ ਦੇ ਨਾਲ ਅਸੀਂ front end ਨੂੰ frame ਦੇ ਨਾਲ attach ਕਰਤਾ। The rear end is mounted on a shackle which gives flexible connection. ਤੇ ਜਿਹੜਾ rear end ਸੀਗਾ, ਜਿਹੜਾ ਪਿੱਛੇ ਵਾਲਾ end ਸੀਗਾ, ਇਹ ਵਾਲਾ end ਸੀਗਾ ਜਿਹੜਾ rear end ਸੀਗਾ, ਉਹਨੂੰ ਅਸੀਂ ਕੀ ਕੀਤਾ, ਉਹਨੂੰ ਅਸੀਂ ਪਿਨ ਦੇ ਨਾਲ ਅਟੈਚ ਨਹੀਂ ਕੀਤਾ, ਉਹਨੂੰ ਅਸੀਂ ਅਟੈਚ ਕੀਤਾ ਸ਼ੈਕਲ ਦੇ ਨਾਲ। ਸ਼ੈਕਲ ਮਤਲਬ ਕੀ ਹੈ, ਇਹਨੂੰ ਅਸੀਂ ਇੱਕ ਜਗ੍ਹਾ ਤੇ ਫਿਕਸ ਕਰਤਾ, ਉਹਨੂੰ ਅਸੀਂ ਫਿਕਸ ਤੇ ਕੀਤਾ ਬਟ ਫ੍ਰੀ ਛੱਡਤਾ। ਸ਼ੈਕਲ ਹੁੰਦਾ ਹੈ ਜਿੱਦਾਂ ਆਪਾਂ ਦੇਖਦੇ ਹਾਂ ਸੰਗਲ, ਤੁਸੀਂ ਸਾਰਿਆਂ ਨੇ ਦੇਖਿਆ ਹੋਏਗਾ, ਸੰਗਲ ਛੋਟੇ ਛੋਟੇ ਪੀਸਿਸ ਤੋਂ ਮਿਲ ਕੇ ਬਣਦਾ ਹੈ। ਉਹ ਸੰਗਲ ਦਾ ਜਿਹੜਾ ਇੱਕ ਪਾਰਟ ਹੈ, ਜਿਹੜਾ ਇੱਕ ਪੀਸ ਹੈ, ਉਹਨੂੰ ਅਸੀਂ ਸ਼ੈਕਲ ਕਹਿੰਦੇ ਹਾਂ। ਠੀਕ ਹੈ, ਸ਼ੈਕਲ ਮਤਲਬ ਇੱਕ ਯੂ, ਇੱਕ ਏਦਾਂ ਕੋਈ ਯੂ ਬੋਲਟ ਹੋ ਗਿਆ, ਯੂ ਸ਼ੇਪਡ ਇੱਕ ਕਲੋਜ਼ ਲੂਪ ਹੋ ਗਈ, ਜਿਹਨੂੰ ਅਸੀਂ ਇੱਕ ਸਾਈਡ ਤੇ ਅਟੈਚ ਕਰਤਾ। ਰਬੜ ਬੁਸ਼ਿਸ or phosphor bronze bushes are used in the spring eyes. ਜਿਹੜੀਆਂ ਲੀਫ ਸਪਰਿੰਗ ਦੇ ਮੇਨ ਲੀਫ ਦੀਆਂ ਆਈਸ ਨੇ, ਉਹਨਾਂ ਦੇ ਵਿੱਚ ਅਸੀਂ ਜਾਂ ਤਾਂ ਰਬੜ ਦੇ ਬੁਸ਼ ਯੂਜ਼ ਕਰਾਂਗੇ ਜਾਂ ਫਿਰ ਫੋਸਫਰ ਬ੍ਰੌਂਜ ਦੇ ਬੁਸ਼ ਯੂਜ਼ ਕਰਾਂਗੇ, ਤਾਂ ਜੋ ਇਹ ਜਿਹੜੀ ਚੀਜ਼ ਹੈ ਇਹ ਅੰਦਰੋਂ ਘਸੇ ਨਾ। ਜਦੋਂ ਵੀ ਘਸੇ, ਬੁਸ਼ ਘਸੇ, ਲੀਫ ਸਪਰਿੰਗ ਨੂੰ ਕੁਛ ਨਾ ਹੋਵੇ। ਜਦੋਂ ਬੁਸ਼ ਘਸ ਜਾਏਗਾ ਅਸੀਂ ਬੁਸ਼ ਨੂੰ ਰਿਪਲੇਸ ਕਰ ਸਕਦੇ ਹਾਂ ਆਪਣੀ ਮਰਜ਼ੀ ਦੇ ਨਾਲ। ਸੋ ਇੱਕ ਗੱਲ ਨੂੰ ਮਾਈਂਡ 'ਚ ਰੱਖਣਾ ਹੈ ਵੀ ਜਿਹੜੀ ਆਈ ਹੈ, ਆਈ ਨੂੰ ਸਿੱਧਾ ਅਸੀਂ ਫਰੇਮ ਦੇ ਨਾਲ ਅਟੈਚ ਨਹੀਂ ਕਰਨਾ, ਅਸੀਂ ਸਿਰਫ ਤੇ ਸਿਰਫ ਆਈ ਦੇ ਵਿੱਚ ਜਿਹੜੇ ਬੁਸ਼ ਪਾਵਾਂਗੇ, ਚਾਹੇ ਉਹ ਰਬੜ ਦੇ ਹੋਣ ਚਾਹੇ ਉਹ ਫੋਸਫਰ ਬ੍ਰੋਂਜ ਦੇ ਹੋਣ, ਉਹਨਾਂ ਨੂੰ ਹੀ ਅਟੈਚ ਕਰਾਂਗੇ ਫਰੇਮ ਦੇ ਨਾਲ। ਠੀਕ ਹੈ, ਜਿਹੜੀ ਫਰੇਮ ਦੇ ਵਿੱਚ ਪਿਨ ਲੱਗੇਗੀ ਉਹ ਬੁਸ਼ ਦੇ ਵਿੱਚ ਲੱਗੇਗੀ, ਉਹ ਕਿਸੇ ਹੋਰ ਚੀਜ਼ ਦੇ ਵਿੱਚ ਨਹੀਂ ਲੱਗੇਗੀ। ਅਸੀਂ ਬੁਸ਼ ਦੀ ਹੈਲਪ ਦੇ ਨਾਲ ਜਿਹੜੀ ਆਈ ਹੈ ਉਹਨੂੰ ਅਸੀਂ ਫਰੇਮ ਦੇ ਨਾਲ ਅਟੈਚ ਕਰਾਂਗੇ। ਨੈਕਸਟ ਹੈ ਕੀ ਕਹਿੰਦੇ ਨੇ ਜੀ, when a vehicle comes across a bump or hole on the road, the distance between the two eyes is changed. ਇਸ ਗੱਲ ਨੂੰ ਧਿਆਨ ਨਾਲ ਸਮਝਣਾ ਹੈ। ਕੀ ਕਹਿੰਦੇ ਹੋ, ਇਹ ਇੱਕ ਆਈ ਹੈ, ਇਹ ਦੂਜੀ ਆਈ ਹੈ। ਇਹ ਆਈ ਜਿਹੜੀ ਹੈ ਇੱਕ ਜਗ੍ਹਾ ਤੇ ਫਿਕਸ ਕਰਤੀ ਅਸੀਂ ਫਰੇਮ ਦੇ ਨਾਲ, ਇਹ ਦੂਜੀ ਆਈ ਜਿਹੜੀ ਸੀਗੀ ਇਹ ਫਰੇਮ ਦੇ ਨਾਲ ਅਸੀਂ ਫਿਕਸ ਨਹੀਂ ਕੀਤੀ। ਠੀਕ ਹੈ, ਹੁਣ ਉਹ ਕੀ ਕਹਿੰਦੇ ਨੇ, ਜਦੋਂ ਗੱਡੀ ਸਾਡੀ ਕਿਸੇ ਬੰਪ ਦੇ ਵਿੱਚੋਂ ਪਾਸ ਕਰੇਗੀ, ਕਿਸੇ ਉੱਚੀ ਜਗ੍ਹਾ ਚੋਂ ਪਾਸ ਕਰੇਗੀ, ਕਿਸੇ ਝਟਕੇ ਚੋਂ ਪਾਸ ਕਰੇਗੀ, ਕਿਸੇ ਟੋਏ ਚੋਂ ਪਾਸ ਕਰੇਗੀ, ਤੇ ਉਦੋਂ ਕੀ ਹੋਏਗਾ, ਐਸ ਆਈ ਤੇ ਇਸ ਆਈ ਦੇ ਵਿਚਕਾਰ ਜਿਹੜਾ ਡਿਸਟੈਂਸ ਹੈ ਉਹ ਡਿਸਟੈਂਸ ਚੇਂਜ ਹੋਏਗਾ। ਠੀਕ ਹੈ, ਜਦੋਂ ਵੀ ਇਹਨੂੰ ਝਟਕਾ ਲੱਗਣਾ ਹੈ ਉਹ ਡਿਸਟੈਂਸ ਨੇ ਚੇਂਜ ਹੋਣਾ ਹੈ। ਲੀਫ ਸਪਰਿੰਗ ਨੇ ਖੁੱਲਣ ਦੀ ਕੋਸ਼ਿਸ਼ ਕਰਨੀ ਹੈ, ਸਿੱਧੇ ਹੋਣ ਦੀ ਕੋਸ਼ਿਸ਼ ਕਰਨੀ ਹੈ, ਇਹਦਾ ਮਤਲਬ ਜਿਹੜਾ ਡਿਸਟੈਂਸ ਹੈ ਉਹ ਵਧਣ ਦੀ ਕੋਸ਼ਿਸ਼ ਕਰੇਗਾ। ਮਤਲਬ ਦੋ ਆਈਸ ਦੇ ਵਿਚਕਾਰ ਜਿਹੜਾ ਡਿਸਟੈਂਸ ਹੈ ਉਹਨੇ ਡਿਸਟੈਂਸ ਨੇ ਵਧਣ ਦੀ ਕੋਸ਼ਿਸ਼ ਕਰਨੀ ਹੈ ਜਦੋਂ ਵੀ ਕਿਸੇ ਵੀ ਬੰਪ ਦੇ ਵਿੱਚੋਂ ਜਾਂ ਕਿਸੇ ਹੋਲ ਦੇ ਵਿੱਚੋਂ ਇਸ ਆਪਣੇ ਵਹੀਕਲ ਨੇ ਪਾਸ ਕਰਨਾ ਹੈ। when a vehicle comes across a bump or hole on the road, the distance between the two eyes is change. ਜਿਹੜਾ distance ਹੈ ਦੋਨੋਂ eyes ਦੇ ਵਿਚਕਾਰ ਉਹ change ਹੋਏਗਾ। This change is accommodated by the shackle which is pivoted and adjust the length. ਤੇ ਇਹ ਜਿਹੜੀ change ਹੋਣੀ ਹੈ, change in length ਹੋਣੀ ਹੈ, ਇਹਨੂੰ ਕੌਣ accommodate ਕਰੇਗਾ, shackle accommodate ਕਰੇਗਾ, which is pivoted and adjust the length, ਜਿਹਨੂੰ ਅਸੀਂ ਰੀਅਰ ਐਂਡ ਤੇ ਅਟੈਚ ਕੀਤਾ ਸੀਗਾ। ਅਸੀਂ ਅੱਗੇ ਸਟੱਡੀ ਕੀਤਾ ਵੀ ਜਿਹੜਾ ਮੇਨ ਲੀਫ ਹੈ ਨਾ, ਮੇਨ ਲੀਫ ਦੀਆਂ ਦੋ ਆਈਸ ਨੇ, ਜਿਹੜੀ ਲੈਫਟ ਸਾਈਡ ਵਾਲੀ ਆਈ ਹੈ, ਜਿਹੜੀ ਪਹਿਲੇ ਆਈ ਸਾਨੂੰ ਸ਼ੋ ਹੁੰਦੀ ਹੈ, ਉਹਨੂੰ ਅਸੀਂ ਇੱਕ ਜਗ੍ਹਾ ਤੇ ਫਿਕਸ ਕਰਤਾ ਹੈ, ਤੇ ਦੂਜੀ ਆਈ ਨੂੰ ਕੀ ਕੀਤਾ ਅਸੀਂ ਸ਼ੈਕਲ ਦੇ ਨਾਲ ਅਟੈਚ ਕਰਤਾ ਹੈ। ਮਤਲਬ ਜਦੋਂ ਵੀ ਡਿਸਟੈਂਸ ਚੇਂਜ ਹੋਣਾ ਹੈ, ਉਹਨਾਂ ਜਿਹੜਾ ਫ੍ਰੀ ਐਂਡ ਸੀਗਾ, ਜਿਹੜਾ ਸ਼ੈਕਲ ਦੇ ਨਾਲ ਅਟੈਚ ਕੀਤਾ ਸੀਗਾ, ਉਹੀ ਰਿਸਪੌਂਸਿਬਲ ਹੋਏਗਾ ਡਿਸਟੈਂਸ ਨੂੰ ਚੇਂਜ ਕਰਾਉਣ ਦੇ ਵਿੱਚ। ਦੋਨੋਂ ਆਈਸ ਦੇ ਵਿਚਕਾਰ ਜਿਹੜਾ ਡਿਸਟੈਂਸ ਹੈ ਉਹ ਉਦੋਂ ਹੀ ਚੇਂਜ ਹੋਏਗਾ ਜਦੋਂ ਸ਼ੈਕਲ ਲੱਗਾ ਹੋਏਗਾ। ਜੇ ਦੋਨੋਂ ਜਗ੍ਹਾ ਰਿਜਿਡ ਹੋ ਗਈਆਂ ਤੇ ਫਿਰ ਡਿਸਟੈਂਸ ਨਹੀਂ ਚੇਂਜ ਹੋਣਾ, ਫਿਰ ਡਿਸਟੈਂਸ ਸੇਮ ਓਨੇ ਦਾ ਓਨਾ ਹੀ ਰਹੇਗਾ। If the both ends of the springs are fixed,
जे स्प्रिंग दे आपां दोनों एंड फिक्स कर दईए, मतलब लैफ्ट एंड भी ते राइट एंड भी दोनों नूं आपां फिक्स कर दईए। हुण असीं की कीता सीगा, एक नूं असीं फिक्स कीता, एक नूं असीं फ्री रखिआ है। ਉਹ ਕਹਿੰਦੇ ਆਪਾਂ ਜੇ ਦੋਨਾਂ ਨੂੰ ਫਿਕਸ ਕਰਨ ਦੀ ਕੋਸ਼ਿਸ਼ ਕਰਦੀ ਹੈ ਨਾ, then change in distance cannot be accommodated, ਤੇ ਉਦੋਂ ਫਿਰ ਕੀ ਹੋਏਗਾ, ਜਿਹੜਾ ਚੇਂਜ ਇਨ ਡਿਸਟੈਂਸ ਹੈ ਉਹ ਪੋਸੀਬਲ ਨਹੀਂ ਹੋਏਗਾ। ਠੀਕ ਹੈ, ਚੇਂਜ ਇਨ ਡਿਸਟੈਂਸ ਤਾਂ ਹੀ ਪੋਸੀਬਲ ਸੀਗਾ ਜੇਕਰ ਇੱਕ ਐਂਡ ਫ੍ਰੀ ਸੀਗਾ। ਜੇ ਇੱਕ ਐਂਡ, ਜੇ ਦੋਨੋਂ ਐਂਡ ਫ੍ਰੀ ਨਾ ਹੁੰਦੇ, ਦੋਨੋਂ ਐਂਡ ਇੱਕ ਜਗ੍ਹਾ ਤੇ ਫਿਕਸ ਹੁੰਦੇ, ਫਿਰ ਚੇਂਜ ਇਨ ਡਿਸਟੈਂਸ ਨਹੀਂ ਸੀ ਹੋਣਾ। ਇਸ ਕਰਕੇ ਇਸ ਗੱਲ ਨੂੰ ਮਾਈਂਡ 'ਚ ਰੱਖਿਓ ਵੀ ਆਪਾਂ ਦੋਨੋਂ ਐਂਡ ਕਦੀ ਵੀ ਫਿਕਸ ਨਹੀਂ ਕਰਨੇ, ਇੱਕ ਐਂਡ ਨੂੰ ਫ੍ਰੀ ਰੱਖਣਾ ਹੈ। Also, when the spring deflects, the two adjacent sides of the leaves slides on each other. एक गल होर भी माइंड च रखनी है, ਜਦੋਂ ਵੀ स्प्रिंग ने डिफ्लैक्ट करना है, डिफ्लैक्ट मतलब मुड़ना है, ਜਦੋਂ ਆਪਾਂ ਜਿਹੜੇ ਲੀਵ ਸਪਰਿੰਗ ਨੇ ਉਹ ਸੈਮੀ ਇਲਿਪਟੀਕਲ ਸ਼ੇਪ ਦੇ ਨੇ, ਜਦੋਂ ਉਹਨਾਂ ਤੇ ਫੋਰਸ ਪੈਣੀ ਹੈ, ਉਹਨਾਂ ਤੇ ਭਾਰ ਪੈਣਾ ਹੈ, ਉਹਨਾਂ ਨੇ ਸਿੱਧੇ ਹੋਣ ਦੀ ਕੋਸ਼ਿਸ਼ ਕਰਨੀ ਹੈ। ਸਿੱਧੇ ਹੋਣ ਦੀ ਕੋਸ਼ਿਸ਼ ਕਰਨੀ ਮਤਲਬ ਡਿਫਲੈਕਟ ਹੋਣਾ ਹੈ। ਤੇ ਜਦੋਂ ਵੀ ਦੋ ਲੀਵਸ ਡਿਫਲੈਕਟ ਹੋਣਗੇ, ਉਹ ਇੱਕ ਦੂਜੇ ਉੱਤੇ ਸਲਾਈਡ ਕਰਨਗੇ। The two adjacent sides of the leaves slide on each other. ਇੱਕ ਦੂਜੇ ਦੇ ਉੱਤੇ ਉਹਨਾਂ ਨੇ ਸਲਾਈਡ ਕਰਨਾ ਹੈ। ਜਿੰਨੇ ਆਪਾਂ ਲੀਵ ਸਪਰਿੰਗ ਯੂਜ਼ ਕਰਾਂਗੇ, ਹਰ ਲੀਵ ਸਪਰਿੰਗ ਦਾ ਜਿਹੜਾ ਲੀਫ ਹੈ ਉਹ ਇੱਕ ਦੂਜੇ ਉੱਤੇ ਸਲਾਈਡ ਕਰੇਗਾ। ਇਸ ਗੱਲ ਨੂੰ ਵੀ ਮਾਈਂਡ 'ਚ ਰੱਖਣਾ ਹੈ। ਸੋ ਜਦੋਂ ਵੀ ਲੀਵ ਸਪਰਿੰਗ ਡਿਫਲੈਕਟ ਕਰਨਗੇ, ਉਦੋਂ ਇੱਕ ਲੀਫ ਜਿਹੜਾ ਹੈ ਉਹ ਦੂਜੇ ਲੀਫ ਦੇ ਉੱਤੇ ਸਲਾਈਡ ਕਰੇਗਾ, ਇੱਕ ਦੂਜੇ ਤੇ ਸਲਾਈਡ ਕਰਨਗੇ। This sliding and rubbing produces damping effect which reduces the vibration of the spring. This damping gives more comfortable ride. ਜਦੋਂ ਵੀ ਇਹ ਸਲਾਈਡਿੰਗ ਹੋਏਗੀ ਜਾਂ ਫਿਰ ਰਬਿੰਗ ਹੋਏਗੀ, ਇਹ ਕੀ ਕਰੇਗਾ, ਇੱਕ ਡੈਂਪਿੰਗ ਇਫੈਕਟ ਪੈਦਾ ਕਰੇਗਾ। ਉਸ ਡੈਂਪਿੰਗ ਇਫੈਕਟ ਦੇ ਨਾਲ ਕੀ ਹੋਏਗਾ, ਜਿਹੜੀ ਸਪਰਿੰਗ ਦੇ ਵਿੱਚ ਵਾਈਬ੍ਰੇਸ਼ਨਸ ਨੇ ਉਹ ਘਟ ਜਾਣਗੀਆਂ। This damping gives more comfortable ride. ਇਹਦੇ ਨਾਲ ਕੀ ਹੋਏਗਾ, ਸਾਨੂੰ ਜਿਹੜੀ ਰਾਈਡ ਮਿਲੇਗੀ ਉਹ ਜ਼ਿਆਦਾ ਕੰਫਰਟੇਬਲ ਮਿਲੇਗੀ। ਮਤਲਬ ਕੀ ਇਹ, ਜੇ ਇੱਕ ਲੀਫ ਦੂਜੇ ਲੀਫ ਦੇ ਉੱਤੇ ਸਲਾਈਡ ਨਾ ਕਰਦਾ ਤੇ ਕੀ ਹੋਣਾ ਸੀਗਾ, ਇੱਕ ਲੀਫ ਨੇ ਵਾਈਬ੍ਰੇਟ ਕਰਦੇ ਰਹਿਣਾ ਸੀਗਾ। ਮਤਲਬ ਜਿਹੜਾ ਲੀਫ ਡਿਫਲੈਕਟ ਹੋਣਾ ਸੀਗਾ, ਬਾਅਦ 'ਚ ਉਹਨੇ ਸਿੱਧੇ ਹੋਣਾ ਸੀਗਾ, ਸਿੱਧੇ ਹੋ ਕੇ ਉਹਨੇ ਵਾਈਬ੍ਰੇਟ ਕਰਦੇ ਰਹਿਣਾ ਸੀਗਾ। ਤੇ ਦੂਜੇ ਲੀਫ ਨੇ ਕੀ ਕੀਤਾ, ਉਹਦੇ ਤੇ ਸਲਾਈਡ ਕਰਕੇ, ਉਹਦੇ ਤੇ ਰਬ ਕਰਕੇ ਉਹਦੀ ਜਿਹੜੀ ਵਾਈਬ੍ਰੇਸ਼ਨ ਸੀਗੀ ਉਹਨੂੰ ਖਤਮ ਕਰਤਾ, ਤੇ ਉਹਨੂੰ ਖਤਮ ਕਰਕੇ ਇੱਕ ਤਰ੍ਹਾਂ ਡੈਂਪਰ ਦਾ ਕੰਮ ਕੀਤਾ। ਉਸ ਡੈਂਪਰ ਨੇ ਕੀ ਕੀਤਾ, ਸਾਨੂੰ ਜਿਹੜੀ ਰਾਈਡ ਦਿੱਤੀ ਉਹ ਕੰਫਰਟੇਬਲ ਰਾਈਡ। ਠੀਕ ਹੈ, ਇਸ ਕਰਕੇ ਜਿਹੜਾ ਪਲੇਟਾਂ ਦਾ ਸਲਾਈਡ ਹੋਣਾ, ਲੀਫ ਦਾ ਸਲਾਈਡ ਹੋਣਾ, ਇਹ ਵੀ ਜ਼ਰੂਰੀ ਹੈ। ਸਮਟਾਈਮਸ ਵਾਈਲ ਸਲਾਈਡਿੰਗ, ਕਈ ਵਾਰ ਕੀ ਹੁੰਦਾ ਹੈ, ਸਲਾਈਡ ਕਰਦੇ ਕਰਦੇ ਨਾ ਲੀਫ ਕੀ ਕਰਦੇ ਨੇ, ਇੱਕ ਆਵਾਜ਼ ਪ੍ਰੋਡਿਊਸ ਕਰਦੇ ਨੇ। ਠੀਕ ਹੈ, ਜਦੋਂ ਵੀ ਇੱਕ ਲੀਫ ਨੇ ਦੂਜੇ ਲੀਫ ਦੇ ਉੱਤੇ ਸਲਾਈਡ ਕਰਨਾ, ਐਕਚੁਅਲੀ ਹੈਗੇ ਤੇ ਮੈਟਲ ਦੇ ਪੀਸੀਸੀ ਨੇ, ਜਦੋਂ ਇੱਕ ਮੈਟਲ ਦੂਜੀ ਮੈਟਲ ਦੇ ਉੱਤੇ ਸਲਾਈਡ ਕਰਦੀ ਹੈ ਤੇ ਉਹ ਆਵਾਜ਼ ਕ੍ਰੀਏਟ ਕਰਦੀ ਹੈ, ਉਹਨੂੰ ਅਸੀਂ ਕਹਿੰਦੇ ਆ ਸਕੂਇੰਗ। ਠੀਕ ਹੈ, ਸਕੂਇੰਗ ਇੱਕ ਐਦਾਂ ਦਾ ਪ੍ਰੋਸੈਸ ਹੈ, ਜਦੋਂ ਇੱਕ ਲੀਵ ਸਪਰਿੰਗ ਦੂਜੇ ਲੀਵ ਸਪਰਿੰਗ ਦੇ ਉੱਤੇ ਪਾਸ ਕਰੇਗਾ, ਉਦੋਂ ਇੱਕ ਆਵਾਜ਼ ਪ੍ਰੋਡਿਊਸ ਹੋਏਗੀ। ਇਟ ਮੇ ਬੀ ਡਿਊ ਟੂ ਕਰੋਜਨ। ਇਹਦਾ ਹੁਣ ਕਾਰਨ ਕੀ ਹੈ ਆਵਾਜ਼ ਪੈਦਾ ਹੋਣ ਦਾ, ਜਾਂ ਤਾਂ ਜੰਗਾਲ ਲੱਗੇ ਹੋਣਾ, ਜਾਂ ਫਿਰ ਲੀਫ ਦੀ ਜਿਹੜੀ ਸਰਫੇਸ ਹੈ ਉਹ ਰਫ ਹੋਵੇ। ਜੇਕਰ ਲੀਫ ਨੂੰ ਜੰਗਾਲ ਲੱਗਾ ਹੋਏਗਾ ਜਾਂ ਫਿਰ ਲੀਫ ਦੀ ਸਰਫੇਸ ਜਿਹੜੀ ਹੈ ਉਹ ਰਫ ਹੋਏਗੀ, ਉਦੋਂ ਏਦਾਂ ਦੀ ਆਵਾਜ਼ਾਂ ਪ੍ਰੋਡਿਊਸ ਹੋ ਸਕਦੀਆਂ ਨੇ। ਟੂ ਅਵੋਇਡ ਦਿਸ, ਆਵਾਜ਼ ਪ੍ਰੋਡਿਊਸ ਹੋਣ ਨੂੰ ਰੋਕਣ ਦੇ ਲਈ ਅਸੀਂ ਕੀ ਕਰਦੇ ਹਾਂ, ਜਾਂ ਤਾਂ ਫੋਸਫੇਟ ਦਾ ਪੇਂਟ ਕਰ ਦਿੰਦੇ ਆ ਲੀਫ ਨੂੰ, ਲੀਫ ਦੇ ਉੱਤੇ ਅਸੀਂ ਪੇਂਟ ਕਰ ਦਿੰਦੇ ਆ, ਜਾਂ ਫਿਰ ਕੀ ਕਰਦੇ ਆ, ਪਤਲੀਆਂ ਪਤਲੀਆਂ ਜਿੰਕ ਦੀਆਂ ਸਟ੍ਰਿਪਸ ਲੈ ਕੇ ਨਾ ਉਹਨਾਂ ਨੂੰ ਲੀਫ ਦੇ ਵਿਚਕਾਰ ਰੱਖ ਦਿੰਦੇ ਆ। ਮਤਲਬ ਇੱਕ ਲੀਫ ਰੱਖਿਆ, ਉਸ ਤੋਂ ਬਾਅਦ ਦੂਜਾ ਲੀਫ ਰੱਖਣ ਤੋਂ ਪਹਿਲੇ ਇੱਕ ਨਾ ਜਿੰਕ ਦੀ ਇੱਕ ਪਤਲੀ ਜਿਹੀ ਸਟ੍ਰਿਪ ਲੈ ਕੇ ਉਹ ਰੱਖਤੀ। ਜਦੋਂ ਅਸੀਂ ਜਿੰਕ ਦੀ ਸਟ੍ਰਿਪ ਰੱਖ ਦੇਵਾਂਗੇ ਨਾ, ਉਹ ਕੀ ਕਰਨਗੇ, ਫਿਰ ਆਵਾਜ਼ ਨਹੀਂ ਕ੍ਰੀਏਟ ਹੋਣ ਦੇਣਗੇ। ਜਿਹੜੀ ਸਵਿੰਗ ਆਵਾਜ਼ ਕ੍ਰੀਏਟ ਹੁੰਦੀ ਪਈ ਸੀਗੀ ਇੱਕ ਲੀਫ ਤੇ ਦੂਜੇ ਲੀਫ ਤੇ ਸਲਾਈਡ ਹੋਣ ਕਰਕੇ, ਉਹ ਜਿਹੜੀ ਚੀਜ਼ ਹੈ ਉਹ ਫਿਰ ਨਹੀਂ ਹੋਏਗੀ। तो सब तो कॉमनली जो आप स्प्रिंग यूज करते हैं वो सैमी इलिप्टिकल लीफ स्प्रिंग है। हुण असीं सैमी इलिप्टिक लीफ स्प्रिंग बारे पूरा डिटेल च पढ़ लिया है। इत्थे तक सैमी इलिप्टिक लीफ स्प्रिंग सीगा। अगली टाइप जिहड़ी सीगी वो सीगी फुल इलिप्टिक लीफ स्प्रिंग। फुल इलिप्टिक लीफ स्प्रिंग कुछ इस तरह दा, सैमी इलिप्टिकल जिहड़ा सीगा वो हाफ सीगा, इन्ना सीगा बस लोअर पोर्शन सीगा, ते जिहड़ा फुल इलिप्टिकल होएगा वो पूरा ही होएगा, ऊपर भी ते नीचे भी। इहनूं असीं कहने आ फुल इलिप्टिक लीफ स्प्रिंग। बड़े घट यूज करते हैं असीं, तुसीं देखे भी नहीं होणगे ज़्यादा किते। ਇਹਨਾਂ ਨੂੰ ਅਸੀਂ ਫੁੱਲ ਇਲਿਪਟਿਕ ਲੀਫ ਸਪਰਿੰਗ ਕਹਿੰਦੇ ਆ। Two semi elliptic leaf springs are connected together in such a way that one is fitted in inverted position। ਦੋ semi elliptic leaf spring ਲਏ ਅਸੀਂ ਤੇ ਉਹਨਾਂ ਨੂੰ ਏਦਾਂ ਫਿੱਟ ਕਰਤਾ ਵੀ ਇੱਕ ਦੇ ਉੱਪਰ ਦੂਜਾ ਆ ਗਿਆ
ਜਿਹੜਾ ਨੀਚੇ ਸੀਗਾ ਉਹ ਸਿੱਧਾ ਆ ਗਿਆ, ਉੱਪਰ ਵਾਲਾ ਉਲਟੀ ਡਾਇਰੈਕਸ਼ਨ ਦੇ ਵਿੱਚ ਆ ਗਿਆ, ਜਿੱਦਾਂ ਕਿ ਆਪਾਂ ਡਾਇਗਰਾਮ 'ਚ ਦੇਖਿਆ। ਇੱਕ ਆ ਗਿਆ ਸਿੱਧੀ ਪੋਜੀਸ਼ਨ ਦੇ ਵਿੱਚ, ਉੱਪਰ ਵਾਲਾ ਆ ਗਿਆ ਇਨਵਰਟਡ ਪੋਜੀਸ਼ਨ ਦੇ ਵਿੱਚ, ਉਲਟੀ ਪੋਜੀਸ਼ਨ ਦੇ ਵਿੱਚ। ਠੀਕ ਹੈ ਜੀ। It is connected to the side frame member at the center of the semi-elliptic, whereas at the lower semi-elliptic center is fitted at the axle. ਹੁਣ ਲੱਗੇ ਕਿੱਥੇ ਨੇ? It is connected to the side frame member. ਅਸੀਂ ਜਦੋਂ previous year frame ਪੜਿਆ ਸੀਗਾ ਉਦੋਂ ਪੜੇ ਸੀਗੇ side member ਤੇ cross member। ਇਹਨਾਂ ਨੇ ਕੀ ਕਿਹਾ ਜੀ, ਜਿਹੜਾ side member ਹੈ ਉਹਦੇ ਨਾਲ ਆਪਾਂ ਸੈਮੀ ਇਲਿਪਟਿਕ ਸਪਰਿੰਗ ਨੂੰ ਯੂਜ਼ ਕੀਤਾ ਹੈ, ਅਟੈਚ ਕੀਤਾ ਹੈ ਐਟ ਸੈਂਟਰ ਆਫ ਅਪਰ ਸੈਮੀ ਇਲਿਪਟਿਕ। ਜਿਹੜਾ ਅਪਰ ਸੈਮੀ ਇਲਿਪਟਿਕ ਹੈ ਉਹਦੇ ਸੈਂਟਰ ਦੇ ਵਿੱਚ ਅਸੀਂ ਅਟੈਚ ਕੀਤਾ ਹੈ, ਵੇਅਰ ਐਟ ਦੀ ਲੋਅਰ ਸੈਮੀ ਇਲਿਪਟਿਕ ਸੈਂਟਰ ਇਜ਼ ਫਿਟਡ ਐਟ ਦੀ ਐਕਸਲ। ਦੋ ਉਹਨਾਂ ਨੇ ਚੀਜ਼ਾਂ ਕਹੀਆਂ ਨੇ, ਉਹ ਦੋ ਚੀਜ਼ਾਂ ਕੀ ਨੇ? ਉਹਨਾਂ ਨੇ ਦੋ ਗੱਲਾਂ ਕੀਤੀਆਂ ਦੇ ਵਿੱਚ। ਉਹ ਦੋ ਗੱਲਾਂ ਕੀ ਕੀਤੀਆਂ? ਇਟ ਇਜ਼ ਕਨੈਕਟਡ ਟੂ ਦੀ ਸਾਈਡ ਫਰੇਮ ਮੈਂਬਰ। ਇੱਕ ਗੱਲ ਤੇ ਕਲੀਅਰ ਹੋ ਗਈ ਵੀ ਜਿਹੜਾ ਆਪਾਂ ਮੈਂਬਰ ਦੇਖਦੇ ਆ, ਆਪਾਂ ਜਦੋਂ ਫਰੇਮ ਡਿਜ਼ਾਈਨ ਕੀਤਾ ਸੀਗਾ, ਫਰੇਮ ਦੇ ਵਿੱਚ ਇੱਕ ਲੌਂਗ ਮੈਂਬਰ ਸੀਗਾ, ਕ੍ਰੋਸ ਮੈਂਬਰ ਸੀਗਾ। ਜਿਹੜਾ ਸਾਈਡ ਮੈਂਬਰ ਹੈ ਉਹਨੂੰ ਅਸੀਂ ਲੌਂਗ ਮੈਂਬਰ ਕਹਿੰਦੇ ਸੀਗੇ। ਇਹ ਲੌਂਗ ਮੈਂਬਰ ਦੇ ਨਾਲ ਅਟੈਚ ਹੈ ਐਟ ਸੈਂਟਰ ਆਫ ਅਪਰ ਸੈਮੀ ਇਲਿਪਟਿਕ, ਵੇਅਰ ਐਸ ਐਟ ਦੀ ਲੋਅਰ ਸੈਮੀ ਇਲਿਪਟਿਕ ਸੈਂਟਰ ਇਜ਼ ਫਿਟਡ ਐਟ ਦੀ ਰੀਅਰ ਐਕਸਲ। ਇਹ ਵਾਲਾ ਪਾਰਟ ਜਿਹੜਾ ਹੈ ਇਹ ਰੀਅਰ ਐਕਸਲ ਤੇ ਅਟੈਚ ਹੈ। ਠੀਕ ਹੈ ਜੀ। ਇਹ ਵਾਲਾ ਜਿਹੜਾ ਪਾਰਟ ਹੈ ਇਹ ਅਟੈਚ ਹੈ ਫਰੇਮ ਦੇ ਉੱਤੇ, ਸਾਈਡ ਮੈਂਬਰ ਦੇ ਉੱਤੇ। ਸੋ ਇਸ ਗੱਲ ਨੂੰ ਮਾਈਂਡ 'ਚ ਬਿਠਾ ਦੇਣਾ, ਇੱਕ ਪਾਰਟ ਜਿਹੜਾ ਹੈ ਉਹ ਐਕਸਲ ਦੇ ਨਾਲ ਅਟੈਚ ਹੈ, ਦੂਸਰਾ ਪਾਰਟ ਜਿਹੜਾ ਉਹ ਸਾਈਡ ਮੈਂਬਰ ਦੇ ਨਾਲ ਅਟੈਚ ਹੈ। ਇਟ ਇਜ਼ ਰੇਅਰਲੀ ਯੂਜ਼ਡ। ਇਹ ਤੁਹਾਨੂੰ ਮੈਂ ਸਟਾਰਟਿੰਗ ਤੇ ਦੱਸਤਾ ਸੀਗਾ ਵੀ ਇਹਨਾਂ ਨੂੰ ਅਸੀਂ ਬੜਾ ਘੱਟ ਯੂਜ਼ ਕਰਦੇ ਹਾਂ, ਇਹ ਜ਼ਿਆਦਾ ਕਿਤੇ ਯੂਜ਼ ਨਹੀਂ ਕੀਤੇ ਜਾਂਦੇ। ਫੁੱਲ ਇਲਿਪਟਿਕ ਲੀਵ ਸਪਰਿੰਗ ਨੂੰ ਜ਼ਿਆਦਾ ਯੂਜ਼ ਨਹੀਂ ਕੀਤਾ ਜਾਂਦਾ। ਨੈਕਸਟ ਅਸੀਂ ਗੱਲ ਕਰਦੇ ਹਾਂ ਕੁਆਟਰ ਇਲਿਪਟਿਕ ਲੀਵ ਸਪਰਿੰਗ ਦੀ। ਕੁਆਟਰ ਮਤਲਬ 1/4। ਸਭ ਤੋਂ ਪਹਿਲੇ ਆਪਾਂ ਪੜਿਆ ਸੀਗਾ ਸੈਮੀ, ਸੈਮੀ ਮਤਲਬ ਹਾਫ। ਸੈਕਿੰਡ ਆਪਾਂ ਪੜਿਆ ਫੁੱਲ, ਫੁੱਲ ਇਲਿਪਟਿਕ, ਫੁੱਲ ਇਲਿਪਟਿਕ ਮਤਲਬ ਪੂਰਾ। ਹੁਣ ਅਸੀਂ ਪੜਦੇ ਹਾਂ ਕੁਆਟਰ। ਕੁਆਟਰ ਦਾ ਮਤਲਬ ਹੈ 1/4, ਮਤਲਬ ਫੁੱਲ ਇਲਿਪਟੀਕਲ ਦਾ ਜੇ ਆਪਾਂ ਚੌਥਾ ਹਿੱਸਾ ਕਰ ਦਈਏ ਜਾਂ ਸੈਮੀ ਇਲਿਪਟੀਕਲ ਦਾ ਅੱਧਾ ਹਿੱਸਾ ਕਰ ਦਈਏ, ਉਹਨੂੰ ਅਸੀਂ ਕਹਿੰਦੇ ਹਾਂ ਕੁਆਟਰ ਇਲਿਪਟੀਕਲ। ਇਹ ਦੇਖੋ, ਇਹ ਲੱਗਾ ਜੇ ਕੁਆਟਰ ਇਲਿਪਟੀਕਲ ਲੀਵ ਸਪਰਿੰਗ, ਮਤਲਬ ਚੌਥਾ ਹਿੱਸਾ। ਜੇ ਆਪਾਂ ਦੇਖੀਏ ਕੁਝ ਇਸ ਤਰ੍ਹਾਂ ਦਾ, ਜੇ ਅਸੀਂ ਇਹਨੂੰ ਪੂਰਾ ਕਰ ਦਿੰਦੇ ਉਹ ਬਣ ਜਾਣਾ ਸੀਗਾ ਸੈਮੀ, ਜੇ ਦੋਨੋਂ ਪਾਸੋਂ ਪੂਰਾ ਕਰ ਦਿੰਦੇ ਉਹ ਬਣ ਜਾਣਾ ਸੀਗਾ ਫੁੱਲ ਇਲਿਪਟਿਕ। ਆਪਾਂ ਹੁਣ ਗੱਲ ਕਰਨੀ ਹੈ ਕੁਆਟਰ ਇਲਿਪਟਿਕ ਲੀਵ ਸਪਰਿੰਗ ਦੀ। ਕੁਆਟਰ ਇਲਿਪਟਿਕ ਲੀਵ ਸਪਰਿੰਗ ਵੀ ਅਸੀਂ ਬੜਾ ਰੇਅਰਲੀ ਯੂਜ਼ ਕਰਦੇ ਹਾਂ। ਕੀ ਕਹਿੰਦੇ ਨੇ ਇਹਦੇ ਬਾਰੇ? ਇਟ ਇਜ਼ ਹਾਫ ਆਫ ਦੀ ਸੈਮੀ ਇਲਿਪਟਿਕ ਲੀਵ ਸਪਰਿੰਗ placed in inverted position as shown in previous figures or pictures। ਜਿਹੜਾ ਕੁਆਟਰ ਇਲਿਪਟਿਕ ਲੀਵ ਸਪਰਿੰਗ ਹੈ ਉਹਦੀ ਸ਼ੇਪ ਕਿੱਦਾਂ ਦੀ ਹੈ? ਜਿੱਦਾਂ ਅਸੀਂ ਸੈਮੀ ਇਲਿਪਟਿਕ ਲੀਵ ਸਪਰਿੰਗ ਨੂੰ ਅੱਧਾ ਕੱਟ ਦਈਏ, ਹਾਫ ਕਰ ਦਈਏ ਤੇ ਉਹਨੂੰ ਇਨਵਰਟਿਡ ਕਰ ਦਈਏ, ਉਲਟਾ ਕਰ ਦਈਏ। ਜਿਹੜਾ ਫੁੱਲ ਇਲਿਪਟਿਕ ਲੀਵ ਸਪਰਿੰਗ ਸੀ, ਆਪਣਾ ਸੈਮੀ ਇਲਿਪਟਿਕ ਲੀਵ ਸਪਰਿੰਗ ਸੀਗਾ, ਉਹ ਏਦਾਂ ਨਹੀਂ ਸੀਗਾ, ਇਹ ਉੱਪਰ ਨੂੰ ਹੈ, ਇਨਵਰਟਿਡ ਪੋਜੀਸ਼ਨ ਦੇ ਵਿੱਚ ਹੈ। ਜਿਹੜਾ ਫੁੱਲ ਇਲਿਪਟਿਕ ਲੀਵ ਸਪਰਿੰਗ ਸੀਗਾ ਉਹ ਏਦਾਂ ਸੀਗਾ। ਜਿਹੜਾ ਸੈਮੀ ਇਲਿਪਟਿਕ ਲੀਵ ਸਪਰਿੰਗ ਸੀਗਾ ਉਹ ਕੁਝ ਇਸ ਤਰ੍ਹਾਂ ਦਾ ਸੈਮੀ ਇਲਿਪਟਿਕ। ਤੇ ਜਿਹੜਾ ਹੁਣ ਆਪਾਂ ਜਿਹਦੇ ਬਾਰੇ ਸਟੱਡੀ ਕਰਦੇ ਪਏ ਕੁਆਟਰ ਇਲਿਪਟਿਕ ਬਾਰੇ, ਉਹ ਕੀ ਚੀਜ਼ ਹੈ? ਆਪਾਂ ਇਹਨੂੰ ਸੈਂਟਰ ਚੋਂ ਕੱਟਤਾ, ਸੈਂਟਰ ਚੋਂ ਕੱਟ ਕੇ ਇਨਵਰਟ ਕਰਤਾ, ਉਲਟਾ ਕਰਤਾ, ਉਹਨੂੰ ਅਸੀਂ ਕਹਿੰਦੇ ਆ ਕੁਆਟਰ ਇਲਿਪਟਿਕ ਲੀਵ ਸਪਰਿੰਗ। ਕੁਆਟਰ ਮਤਲਬ 1/4। ਇੱਥੋਂ ਦੇਖਣ 'ਚ ਪਤਾ ਲੱਗਦਾ ਹੀ ਪਿਆ ਵੀ 1/4 ਹੈ। ਠੀਕ ਹੈ। ਇਹਨੂੰ ਅਸੀਂ ਵੀ ਰੇਅਰਲੀ ਯੂਜ਼ ਕਰਦੇ ਹਾਂ, ਜ਼ਿਆਦਾਤਰ ਤੁਸੀਂ ਵੀ ਇਹ ਜ਼ਿਆਦਾ ਵਹੀਕਲਸ 'ਚ ਨਹੀਂ ਦੇਖਿਆ ਹੋਏਗਾ। ਸਟਾਰਟਿੰਗ ਤੇ ਜਿਹੜੇ ਆਪਣੇ ਟਾਂਗੇ ਵਗੈਰਾ ਆਉਂਦੇ ਸੀਗੇ ਉਹਨਾਂ ਦੇ ਵਿੱਚ, ਜਿਹੜੇ ਹੋਰਸ ਕਾਰਟ ਆਉਂਦੇ ਸੀਗੇ ਉਹਨਾਂ ਦੇ ਵਿੱਚ ਇਹ ਲੱਗਦਾ ਸੀਗਾ ਕੁਆਟਰ ਇਲਿਪਟਿਕ ਲੀਵ ਸਪਰਿੰਗ। ਕੁਆਟਰ ਇਲਿਪਟਿਕ ਲੀਵ ਸਪਰਿੰਗ ਤੋਂ ਬਾਅਦ ਆਉਂਦਾ ਜੀ ਟ੍ਰਾਂਸਵਰਸ ਲੀਵ ਸਪਰਿੰਗ। ਟ੍ਰਾਂਸਵਰਸ ਮਤਲਬ ਤੁਹਾਨੂੰ ਤੇ ਵਰਡ ਸੁਣ ਕੇ ਪਤਾ ਲੱਗ ਗਿਆ ਹੋਏਗਾ ਟ੍ਰਾਂਸਵਰਸ ਕੀ ਚੀਜ਼ ਹੈ। ਟ੍ਰਾਂਸਵਰਸ ਦਾ ਮਤਲਬ ਹੈ ਉਲਟਾ। ਠੀਕ ਹੈ। ਉਹ ਲੀਵ ਸਪਰਿੰਗ ਜਿਹੜਾ ਉਲਟਾ ਲੱਗਾ ਹੋਵੇ। ਉਲਟਾ ਕਿਦਾਂ? ਇਹ ਦੇਖੋ, ਹੈਗਾ ਸੈਮੀ ਇਲਿਪਟਿਕ ਲੀਵ ਸਪਰਿੰਗ ਹੈ ਬਟ ਉਲਟਾ ਹੈ। ਠੀਕ ਹੈ ਜੀ। ਉਹ ਨੀਚੇ ਨੂੰ ਸੀਗਾ ਸੈਮੀ ਇਲਿਪਟਿਕ, ਇਹ ਉੱਪਰ ਨੂੰ ਹੈ। ਤੇ ਇਹਦੀ ਇੱਕ ਪਹਿਚਾਣ ਹੋਰ ਵੀ ਹੈ, ਇਹ ਫਰੰਟ ਤੇ ਲੱਗਦਾ ਹੈ। ਜਿਹੜੇ ਲੀਵ ਸਪਰਿੰਗ ਸੀਗੇ ਆਪਾਂ ਹਜੇ ਤੱਕ ਪੜ੍ਹੇ ਨੇ ਉਹ ਸਾਈਡ ਤੇ ਲੱਗਦੇ ਨੇ, ਇਹ ਲੀਵ ਸਪਰਿੰਗ ਜਿਹੜਾ ਹੈ ਇਹ ਫਰੰਟ ਤੇ ਲੱਗਦਾ ਹੈ। ਇਹਦੇ ਬਾਰੇ ਕੀ ਕਹਿੰਦੇ ਨੇ? when a semi elliptic leaf spring is fitted in inverted position, ਜਦੋਂ ਅਸੀਂ ਕਿਸੇ semi elliptic leaf spring ਨੂੰ inverted position ਦੇ ਵਿੱਚ ਫਿੱਟ ਕਰਾਂਗੇ, ਮਤਲਬ ਕੋਈ semi elliptic leaf spring ਹੈ ਉਹਨੂੰ ਅਸੀਂ ਉਲਟੀ ਪੋਜੀਸ਼ਨ ਦੇ ਵਿੱਚ ਯਾਨੀ ਕਿ ਇਨਵਰਟਡ ਪੋਜੀਸ਼ਨ ਦੇ ਵਿੱਚ ਫਿੱਟ ਕਰਾਂਗੇ, ਉਹਨੂੰ ਅਸੀਂ ਟ੍ਰਾਂਸਵਰਸ ਲੀਵ ਸਪਰਿੰਗ ਕਵਾਂਗੇ।
ਇਟ ਇਜ਼ ਯੂਜ਼ਡ ਅਬਵ ਫਰੰਟ ਐਕਸਲ। ਤੈਨੂੰ ਅਸੀਂ ਯੂਜ਼ ਕਿੱਥੇ ਕਰਦੇ ਆ? ਅਬਵ ਦੀ ਫਰੰਟ ਐਕਸਲ, ਜਿਹੜਾ ਫਰੰਟ ਐਕਸਲ ਲੱਗਾ ਉਹਦੇ ਉੱਪਰ। ਜਿਹੜੇ ਬਾਕੀ ਸੀਗੇ ਉਹ ਆਪਾਂ ਸਾਈਡ ਐਕਸਲ ਵਾਲੀ ਸਾਈਡ ਤੇ ਜਾਂ ਸਾਈਡ ਮੈਂਬਰ ਦੇ ਨਾਲ ਅਟੈਚ ਕਰਦੇ ਸੀਗੇ ਫਰੇਮ ਦੇ। ਇਹਨੂੰ ਅਸੀਂ ਯੂਜ਼ ਕਰਦੇ ਆ ਅਬਵ ਦੀ ਫਰੰਟ ਐਕਸਲ ਐਂਡ ਫਿਟਡ ਪੈਰਲਲ ਟੂ ਇਟ। ਤੇ ਹਮੇਸ਼ਾ ਇਹ ਫਰੰਟ ਐਕਸਲ ਦੇ ਪੈਰਲਲ ਫਿੱਟ ਹੋਏਗਾ। ਜਿੱਥਾ ਫਰੰਟ ਐਕਸਲ ਲੱਗਾ ਉਹਦੇ ਪੈਰਲਲ ਹੀ ਟਰਾਂਸਵਰਸ ਲੀਵ ਸਪ੍ਰਿੰਗ ਲੱਗੇਗਾ। ਦੀ ਫਰੇਮ ਇਜ਼ bolted to the center of the spring and the two ends are connected to each side of axles। ਫਰੇਮ ਨੂੰ ਸੈਂਟਰ ਚੋਂ ਮਤਲਬ ਲੀਵ ਸਪ੍ਰਿੰਗ ਨੂੰ ਸੈਂਟਰ ਚੋਂ ਫਰੇਮ ਦੇ ਨਾਲ ਬੋਲਟ ਕੀਤਾ ਜਾਏਗਾ। ਜਿਹੜਾ ਸੈਂਟਰ ਪਾਰਟ ਹੈ ਉੱਪਰ ਉੱਠਿਆ ਹੋਇਆ ਉਹਦੇ ਨਾਲ ਫਰੇਮ ਦੇ ਨਾਲ ਬੋਲਟ ਕੀਤਾ ਜਾਏਗਾ ਤੇ ਜਿਹੜੇ ਦੋ ਐਂਡਸ ਨੇ ਉਹਨਾਂ ਨੂੰ ਐਕਸਲ ਦੇ ਨਾਲ, ਐਕਸਲ ਦੀਆਂ ਸਾਈਡਸ ਦੇ ਨਾਲ ਅਟੈਚ ਕਰਤਾ ਜਾਏਗਾ ਤੇ ਉਹਨੂੰ ਅਸੀਂ ਕਵਾਂਗੇ ਟਰਾਂਸਵਰਸ ਲੀਵ ਸਪ੍ਰਿੰਗ। ਜਿੱਦਾਂ ਕਿ ਤੁਸੀਂ ਡਾਇਗਰਾਮ 'ਚ ਦੇਖਦੇ ਪਏ ਹੋ, ਇਹ ਟਰਾਂਸਵਰਸ ਲੀਵ ਸਪ੍ਰਿੰਗ। ਠੀਕ ਹੈ, ਟਰਾਂਸਵਰਸ ਲੀਵ ਸਪ੍ਰਿੰਗ ਅਸੀਂ ਯੂਜ਼ ਕਰਦੇ ਹਾਂ ਸਿਰਫ ਤੇ ਸਿਰਫ ਕੁਝ ਰੇਅਰ ਗੱਡੀਆਂ ਦੇ ਵਿੱਚ। ਤੇ ਜਿੱਥੇ ਵੀ ਆਪਾਂ ਇਹਨਾਂ ਨੂੰ ਜਿਹੜੀ ਗੱਡੀ 'ਚ ਵੀ ਇਹਨੂੰ ਯੂਜ਼ ਕਰਨਾ ਆਪਾਂ ਫਰੰਟ ਸਾਈਡ ਤੇ ਯੂਜ਼ ਕਰਨਾ ਹੈ। ਇਸ ਗੱਲ ਨੂੰ ਮਾਈਂਡ 'ਚ ਰੱਖਿਓ। ਜਿਹੜਾ ਸੈਮੀ ਇਲਿਪਟਿਕ ਲੀਵ ਸਪ੍ਰਿੰਗ ਸੀਗਾ, ਇਲਿਪਟਿਕ ਲੀਵ ਸਪ੍ਰਿੰਗ ਸੀਗਾ ਜਾਂ ਕੁਆਟਰ ਇਲਿਪਟਿਕ ਲੀਵ ਸਪ੍ਰਿੰਗ ਸੀਗਾ, ਉਹ ਸਾਰੇ ਸਾਈਡ ਤੇ ਯੂਜ਼ ਹੁੰਦੇ ਸੀਗੇ। ਇਹ ਇੱਕੋ ਇੱਕ ਏਦਾਂ ਦਾ ਸਪ੍ਰਿੰਗ ਹੈ ਜਿਹੜਾ ਫਰੰਟ ਸਾਈਡ ਤੇ ਯੂਜ਼ ਹੋਏਗਾ। ਸੋ ਅੱਜ ਲਈ ਇੰਨਾ ਹੀ। ਇੱਥੇ ਆਪਣਾ ਇੱਕ ਲੀਵ ਸਪ੍ਰਿੰਗ ਦਾ ਟੌਪਿਕ ਖਤਮ ਹੋ ਗਿਆ। ਹੁਣ ਅਸੀਂ ਨੈਕਸਟ ਲੈਕਚਰ ਦੇ ਵਿੱਚ ਗੱਲ ਕਰਾਂਗੇ ਕੋਇਲ ਸਪ੍ਰਿੰਗ, 에ਅਰ ਸਪ੍ਰਿੰਗ ਤੇ ਟੋਰਸ਼ਨ ਬਾਰ। ਥੈਂਕ ਯੂ।